ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਿੱਖ ਪੰਥ ਦੇ ਮਹਾਨ ਯੋਧੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾ ਰਹੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਸੰਧਿਆ ਦੇ ਦੀਵਾਨ ਸੱਜੇ ਹਨ। ਬੜੇ ਹੀ ਰਸ ਭਿੰਨੇ ਕੀਰਤਨ ਅੰਮ੍ਰਿਤਮਈ ਬਾਣੀ ਦੇ ਅਸੀਂ ਸਰਵਣ ਕੀਤੇ। ਜਿਤਨਾ ਕੁ ਸਮਾਂ ਪ੍ਰਾਪਤ ਹੋਇਆ ਹੈ, ਗੁਰੂ ਸਾਹਿਬ ਜੀ ਦੀ ਅਸੀਸ ਸਦਕਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਭ ਤੇ ਉੱਤਮ ਹਰ ਕੀ ਕਥਾ ਨਾ ਸੁਣਤ ਦਰਦ ਦੁੱਖ ਲੱਥਾ। ਬੜੇ ਪਿਆਰ ਦੇ ਨਾਲ ਸੀਸ ਝੁਕਾ ਕੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੁਖਮਣੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਸ ਧਰਤੀ ਦੇ ਉੱਤੇ ਉਹਦਾ ਆਇਆ ਹੋਇਆ ਪ੍ਰਵਾਨ ਹੈ, ਜਿਹੜਾ ਇਸ ਧਰਤੀ 'ਤੇ ਆ ਕੇ ਉਸ ਅਕਾਲ ਪੁਰਖ ਦਾ ਨਾਮ ਜਪਦਾ ਹੈ, ਆਪ ਜਪਦਾ ਹੋਇਆ ਦੂਸਰਿਆਂ ਨੂੰ ਵੀ ਉਹ ਨਾਮ ਜਪਾਉਂਦਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਤੇ ਉਹਦਾ ਆਉਣਾ ਵੀ ਇਸ ਧਰਤੀ ਦੇ ਉੱਤੇ ਇਹ ਨਹੀਂ ਕਿ ਉਹ ਜਨਮ ਲੈ ਕੇ ਸੰਸਾਰੀ ਕਾਰ ਵਿਹਾਰ ਕਰਕੇ ਚਲਾ ਜਾਂਦਾ। ਉਹਦਾ ਜਨਮ ਵੀ ਸਤਿਗੁਰੂ ਜੀ ਕਹਿੰਦੇ ਜਨ ਆਮਨ ਕਾ ਇਹ ਸੁਆਓ। ਉਹਦਾ ਆਉਣਾ ਵੀ ਇਹੀ ਕਾਰਨ ਹੈ ਕਿ ਉਹ ਆਪ ਉਸ ਅਕਾਲ ਪੁਰਖ ਦੇ ਨਾਲ ਚਿੱਤ ਜੋੜਦਾ ਹੈ ਅਤੇ ਦੂਸਰਿਆਂ ਨੂੰ ਵੀ ਜੁੜਨ ਦੀ ਪ੍ਰੇਰਨਾ ਕਰਦਾ। ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਨ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੀ ਧਰਤੀ ਦੇ ਕੋਲ ਇਸ ਸਮੇਂ ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਨਗਰ ਪਹੂਵਿੰਡ ਵਿਖੇ ਮਾਤਾ ਜਿਉਣੀ ਦੀ ਕੁੱਖ ਤੇ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਇਤਿਹਾਸਕਾਰਾਂ ਦਾ ਦੋ ਮਤ ਹੈ, 26 ਤੇ 27। ਇਹ ਦੋ ਤਰੀਕਾਂ ਜੀ, ਦੋਨਾਂ ਨੇ ਜ਼ਿਕਰ ਕੀਤਾ ਹੈ ਕਿ ਸੰਨ 1682 ਨੂੰ ਜਨਵਰੀ ਦੇ ਮਹੀਨੇ ਜਿਹੜਾ ਵਾ ਇਹਨਾਂ ਦਾ ਜਨਮ ਹੋਇਆ। ਘਰ ਦੇ ਵਿੱਚ ਗੁਰਮਤ ਦੀ ਗੁੜਤੀ ਹੀ ਜੀ। ਮਾਂ ਨੇ ਆਪਣੇ ਪੁੱਤਰ ਨੂੰ ਬੜੇ ਲਾਡ ਤੇ ਪਿਆਰ ਦੇ ਨਾਲ ਪਾਲਿਆ। ਤੇ ਮੈਂ ਬੇਨਤੀ ਕਰਾਂਗਾ ਖਾਸ ਕਰਕੇ ਭੈਣਾਂ ਨੂੰ, ਤੇ ਮਨ ਵਿੱਚ ਗੁੱਸਾ ਨਾ ਮਨਾਇਓ, ਕਿਉਂਕਿ ਗੁਰੂ ਸਾਹਿਬਾਨ ਨੇ ਮਾਂ ਨੂੰ ਜ਼ਿਆਦਾ ਸੰਬੋਧਨ ਹੋ ਕੇ ਜਿਹੜਾ ਨਾ ਮਾਂ ਨੂੰ ਇਹ ਪ੍ਰੇਰਨਾ ਦਿੱਤੀ ਹੈ ਕਿ ਹੇ ਮਾਂ, ਇਸ ਧਰਤੀ ਦੇ ਉੱਤੇ ਬਾਲ ਜੰਮਦਾ, ਜੰਮਣ ਤੋਂ ਪਹਿਲਾਂ 9 ਮਹੀਨੇ ਮਾਂ ਦੇ ਪੇਟ ਵਿੱਚ ਰਹਿੰਦਾ ਤੇ 9 ਮਹੀਨਿਆਂ ਤੋਂ ਬਾਅਦ ਇਸ ਧਰਤੀ 'ਤੇ ਜਦੋਂ ਆਉਂਦਾ ਨਾ ਤੇ ਲਗਭਗ ਉਹਦਾ ਬਚਪਨ ਜਿਹੜਾ ਨਾ ਉਹ ਮਾਂ ਦੀ ਗੋਦ ਵਿੱਚ ਵੀ ਬਤੀਤ ਹੁੰਦਾ। ਜੇ ਮਾਂ ਦੀ ਜਗ੍ਹਾ ਜਾਂ ਦਾਦੀ ਲੈਂਦੀ ਹੈ ਜਾਂ ਮਾਂ ਹੀ, ਕਿਉਂਕਿ ਪਿਤਾ ਨੇ ਬਾਹਰ ਕਾਰੋਬਾਰ ਦੇ ਉੱਤੇ ਆਪਣੇ ਕਾਰ ਵਿਹਾਰ 'ਤੇ ਜਾਣਾ,
ਤੇ ਮਾਂ ਨੂੰ ਸੰਬੋਧਨ ਹੋ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਵੀ ਉਚਾਰਨ ਕੀਤਾ ਹੈ ਕਿ ਮਾਂ, ਜਦੋਂ ਵੀ ਤੂੰ ਘਰ ਦੇ ਵਿੱਚ ਆਪਣੇ ਬੱਚੇ ਨੂੰ, ਆਪਣੇ ਬਾਲਕ ਨੂੰ ਜਨਮ ਦਿੰਦੀ ਹੈ ਤੇ ਜੰਮਦਿਆਂ ਹੀ ਉਸ ਪੁੱਤਰ ਨੂੰ ਅਸੀਸ ਜ਼ਰੂਰ ਦੇਈਂ, ਤੇ ਅਸੀਸ ਐਸੀ ਹੋਵੇ ਕਿ ਜਿਸ ਦੇ ਨਾਲ ਉਸ ਬਾਲ ਦਾ, ਉਸ ਬੱਚੇ ਦਾ ਸਦਾ ਹੀ ਮਨ ਨਿਰੰਕਾਰ ਦੇ ਨਾਲ ਜੁੜਿਆ ਰਹੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਪੂਤਾ ਮਾਤਾ ਕੀ ਅਸੀਸ। ਬੜੀ ਵਾਰ ਅਸੀਂ ਇਹ ਸ਼ਬਦ ਸਰਵਣ ਕੀਤਾ ਹੋਵੇਗਾ ਤੇ ਸਾਡੀ ਆਦਤ ਆ ਜੀ, ਅਸੀਂ ਭੁੱਲ ਜਾਂਦੇ ਹਾਂ, ਕੇਵਲ ਸੁਣਿਆ ਤੇ ਸੁਣ ਕੇ ਚਲੇ ਗਏ, ਮੰਨਿਆ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਸੁਣਿਆ ਹੈ ਤੇ ਸੁਣ ਕੇ ਉਹਨੂੰ ਮੰਨਣਾ ਚਾਹੀਦਾ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਪ੍ਰੇਮ ਕਰੋ ਉਹਦੇ ਨਾਲ। ਜੇ ਸੁਣ ਲਿਆ ਸ਼ਬਦ ਨੂੰ ਤੇ ਉਹਨੂੰ ਮੰਨ ਕੇ ਤੇ ਫਿਰ ਉਸ ਨਿਰੰਕਾਰ ਦੇ ਨਾਲ ਮੁਹੱਬਤ ਬਣਾ ਲਵੋ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਬਾਲ ਨੂੰ ਅਸੀਸ ਦਿਓ। ਪੂਤਾ ਮਾਤਾ ਕੀ ਅਸੀਸ ਹੈ ਮੇਰੇ ਪੁੱਤਰ, ਤੈਨੂੰ ਮਾਂ ਦੀ ਅਸੀਸ। ਕਿਹੜੀ ਅਸੀਸ ਆ ਜੀ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਬਚਪਨ ਦੇ ਵਿੱਚ ਮਾਂ ਨੇ ਅਸੀਸਾਂ ਦਿੱਤੀਆਂ। ਵਾਹਿਗੁਰੂ ਦਾ ਗੁਰਮੰਤਰ ਜਿਹੜਾ ਸੀ ਉਹ ਕੰਨਾਂ ਦੇ ਵਿੱਚ ਪਾਇਆ। ਇਹ ਸੱਚਾਈ ਹੈ ਜੀ, ਇਹ ਕੇਵਲ ਕੰਨਾਂ ਦਾ ਰਸ ਨਹੀਂ ਕਿ ਮੈਂ ਬੋਲ ਰਿਹਾ। ਮੇਰੀ ਆਦਤ, ਮੈਂ ਜ਼ਿਆਦਾ ਕੋਈ ਵੱਡਾ ਕਥਾਵਾਚਕ ਨਹੀਂ, ਮੈਂ ਤੁਹਾਡੇ ਨਾਲ ਸੰਗਤੀ ਰੂਪ ਵਿੱਚ ਬੇਨਤੀ ਕਰਦਾ ਕਿ ਅਸਲ ਵਿੱਚ ਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਤੇ ਮਾਂ ਜਿਉਣੀ ਨੇ ਆਪਣੇ ਉਸ ਪੁੱਤਰ ਨੂੰ, ਜਿਹਦਾ ਬਚਪਨ ਵਿੱਚ ਨਾਮ ਦੀਪਾ ਸੀ, ਆਪਣੀ ਗੋਦ ਵਿੱਚ ਵੀ ਬਿਠਾ ਕੇ ਇਹ ਦ੍ਰਿੜ ਕਰਵਾਇਆ ਹੈ ਕਿ ਉਸ ਨਿਰੰਕਾਰ ਦੀ ਯਾਦ ਵਿੱਚ ਜੁੜਨਾ ਹੀ ਮਨੁੱਖ ਦਾ ਅਸਲੀ ਜੀਵਨ ਹੈ। ਇਸ ਧਰਤੀ 'ਤੇ ਆਉਣਾ ਉਹਦਾ ਮਕਸਦ ਹੈ। ਅਸੀਂ ਪੜ੍ਹਦੇ ਰੋਜ਼ ਹਾਂ ਜੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੇ ਬਰੀਆ। ਪਰ ਸੋਚਿਆ ਨਹੀਂ ਨਾ ਕਦੀ, ਕੇਵਲ ਅਸੀਂ ਪੜ੍ਹ ਕੇ ਤੇ ਚਲੇ ਗਏ। ਤੇ ਗੁਰੂ ਸਾਹਿਬਾਨ ਕਹਿੰਦੇ ਜੇ ਇਹੀ ਤੇਰਾ ਕਰਮ ਰਿਹਾ ਤੇ ਫਿਰ ਇਹ ਸੱਚਾਈ ਹੈ ਕਿ ਆਇਆ ਗਿਆ, ਤੂੰ ਧਰਤੀ ਦੇ ਉੱਤੇ ਆ ਵੀ ਗਿਆ, ਆਇਆ ਗਿਆ ਮੋਇਆ ਨਾਉ। ਤੂੰ ਧਰਤੀ ਤੇ ਆਇਆ ਹੈ, ਜੰਮਿਆ ਹੈ, ਪਰਵਰਿਸ਼ ਹੋਈ ਤੇਰੀ, ਤੂੰ ਤਨ ਉੱਤੇ ਵਸਤਰ ਵੀ ਪਹਿਨੇ, ਤਨ ਨੂੰ ਜਿਉਣ ਵਾਸਤੇ ਰਸਤ ਪਾਣੀ ਵੀ ਤੈਨੂੰ ਮਿਲਿਆ, ਖਾਣ ਪੀਣ ਦੀਆਂ ਵਸਤਾਂ ਵੀ ਮਿਲੀਆਂ, ਇਹ ਤੂੰ ਸਭ ਕੁਝ ਹੰਢਾ ਲਿਆ। ਪਰ ਸੱਚ ਜਾਣੀ ਕਿ ਤੇਰਾ ਆਇਆ ਔਰ ਇੱਥੋਂ ਗਿਆ, ਉਸ ਤੋਂ ਬਾਅਦ ਤੇਰਾ ਜਿਹੜਾ ਨਾਮ ਹੈ ਉਹ ਖਤਮ ਹੋ ਜਾਵੇਗਾ। ਨਾਮ ਕਿਹਦਾ ਰਹੇਗਾ ਜੀ? ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਵੇਖੋ ਜੀ, ਉਸ ਮਨੁੱਖ ਦਾ ਹੀ ਨਾਮ ਧਰਤੀ ਦੇ ਉੱਤੇ ਜਿਉਂਦਾ ਹੈ ਜਿਹੜਾ ਉਸ ਰੱਬ ਦੀ ਬੰਦਗੀ ਦੇ ਵਿੱਚ ਜਿਉਂਦਾ। ਨਹੀਂ ਤੇ ਅਸੀਂ ਆਉਂਦੇ ਹਾਂ ਜੀ, ਆ ਕੇ ਚਲੇ ਜਾਣਾ। ਤੇ ਗੁਰੂ ਸਾਹਿਬਾਨ ਨੇ ਇਹ ਬਖਸ਼ਿਸ਼ ਕੀਤੀ ਹੈ। ਮੈਂ ਇਸ ਕਰਕੇ ਇੱਥੋਂ ਆਰੰਭ ਕੀਤੀ ਹੈ ਕਿ ਮਾਂ ਨੂੰ ਆਪਣੇ ਬੱਚੇ ਨੂੰ ਇਹ ਅਸ਼ੀਰਵਾਦ ਦੇਣੀ ਚਾਹੀਦੀ ਹੈ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸੇ। ਅਸੀਂ ਚਾਹੁੰਦੇ ਹਾਂ ਨਾ ਜੀ, ਕਿਹੜੀ ਮਾਂ ਉਹ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਵੱਡਾ ਹੋਵੇ, ਆਪਣੀ ਕੁਲ ਦਾ ਨਾਮ ਰੋਸ਼ਨ ਕਰੇ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਾਂ ਨੇ ਅਸੀਸ ਦੇਣੀ ਆ, ਕੁੱਲ ਦਾ ਨਾਮ ਉੱਚਾ ਕਰਨਾ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਪਿੱਤਰਾਂ ਦਾ ਉਧਾਰ ਇਹ ਨਹੀਂ ਕਿ ਸਰਾਧ ਕਰਾ ਦਿੱਤੇ ਤੇ ਪਿੱਤਰਾਂ ਦਾ ਉਧਾਰ ਹੋ ਜਾਵੇਗਾ। ਅਸਲ ਵਿੱਚ ਪਿੱਤਰਾਂ ਦਾ ਉਧਾਰ ਇਸ ਧਰਤੀ ਤੇ ਤਾਂ ਹੈ ਕਿ ਜਿਹੜਾ ਪਰਮਾਤਮਾ ਭੇਜਣ ਵਾਲਾ ਉਹਦੀ ਬੰਦਗੀ ਕਰਨੀ। ਤੇ ਇਹ ਮਾਂ ਆਪਣੇ ਪੁੱਤਰ ਨੂੰ ਅਸੀਸ ਦੇ, ਆਪਣੇ ਬਾਲ ਨੂੰ ਇਹ ਆਖੇ ਕਿ ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਜੀ, ਉਹਦਾ ਸਿਮਰਨ ਕਰ। ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ ਕਿ ਆਪਣੇ ਬਾਲ ਨੂੰ ਇਹ ਅਸ਼ੀਰਵਾਦ ਦਿਓ। ਤੇ ਮਾਂ ਜਿਉਣੀ ਨੇ ਆਪਣੇ ਬੱਚੇ ਬਾਬਾ ਦੀਪ ਸਿੰਘ ਜੀ ਨੂੰ ਦੀਪੇ ਦੇ ਰੂਪ ਵਿੱਚ ਇਹ ਅਸ਼ੀਰਵਾਦ ਦਿੱਤਾ ਜੀ, ਜਿਸ ਅਸ਼ੀਰਵਾਦ ਸਦਕਾ ਬਾਬਾ ਦੀਪ ਸਿੰਘ ਜੀ ਮਾਂ ਤੇ ਪਿਓ ਦੇ ਨਾਲ
ਇੱਕ ਦਿਨ ਸਮਾਂ ਬਣਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਜੀ। ਉਸ ਧਰਤੀ ਤੇ ਜਿੱਥੇ ਮੇਰੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਸ਼ਸਤਰ ਤੇ ਸ਼ਾਸਤਰ ਦੀ ਵਿਦਿਆ ਦੇਣੀ, ਉਹ ਧਰਤੀ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਪਿਤਾ ਨੂੰ ਆਪਣੇ ਹੱਥੀਂ ਦਿੱਲੀ ਨੂੰ ਤੋਰਿਆ, ਇਹ ਉਹ ਧਰਤੀ ਹੈ ਜਿਸ ਧਰਤੀ ਤੇ ਆਏ ਹੋਏ ਪੀਰ ਬੁੱਧੂ ਸ਼ਾਹ ਵਰਗੇ ਵੀ ਆਪਣੇ, ਵੇਖੋ ਜੀ, ਇੱਕ ਮੁਸਲਮਾਨ ਪੀਰ ਬੁੱਧੂ ਸ਼ਾਹ ਵਰਗੇ ਵੀ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੰਦੇ ਨੇ। ਇਹ ਉਹ ਧਰਤੀ ਹੈ ਜੀ। ਉਸ ਧਰਤੀ ਦੇ ਉੱਤੇ ਮਾਂ ਤੇ ਪਿਓ ਦੇ ਨਾਲ ਬਾਬਾ ਦੀਪ ਸਿੰਘ ਜੀ ਆਉਂਦੇ ਨੇ, ਸੇਵਾ ਕਰਦੇ ਨੇ। ਸਾਡੇ ਵਾਂਗਾ ਨਹੀਂ ਜੀ ਵੀ ਅਸੀਂ ਜਾਂਦੇ ਹਾਂ ਜੀ, ਅਸੀਂ ਪੰਜਾਬ ਦੀ ਧਰਤੀ ਤੇ ਜਾਂਦੇ ਹਾਂ, ਸਾਡੀ ਟਿਕਟ ਹੁੰਦੀ ਆ ਜੀ, ਅਸੀਂ ਇੰਨੀ ਤਰੀਕ ਨੂੰ ਜਾਣਾ ਤੇ ਇੰਨੀ ਨੂੰ ਵਾਪਸ ਆਉਣਾ। ਪਹੁੰਚਦੇ ਹਾਂ ਤੇ ਵਾਪਸੀ ਦੀ ਯਾਦ ਪਹਿਲਾਂ ਆਉਣ ਲੱਗ ਪੈਂਦੀ ਵੀ ਇੰਨੀ ਤਰੀਕ ਨੂੰ ਅਸੀਂ ਜਾਣਾ। ਸਾਡਾ ਪੰਜਾਬ ਦੀ ਧਰਤੀ ਤੇ, ਮੈਂ ਅੰਮ੍ਰਿਤਸਰ ਨਹੀਂ ਕਹਾਂਗਾ, ਪੰਜਾਬ ਦੀ ਧਰਤੀ ਤੇ ਗਿਆ ਹੋਇਆਂ ਦਾ ਕੇਵਲ ਇਹ ਕੰਮ ਹੁੰਦਾ ਕਿ ਅਸੀਂ ਸ਼ਾਪਿੰਗ ਕਰ ਲਈਏ, ਪਰ ਅਸਲ ਵਿੱਚ ਮਕਸਦ ਹੈ, ਬਾਬਾ ਦੀਪ ਸਿੰਘ ਜੀ ਕਹਿੰਦੇ ਆਓ ਗੁਰੂ ਦੇ ਘਰ ਵਿੱਚ ਆਓ, ਮੈਂ ਤੁਹਾਨੂੰ ਦੱਸਦਾ ਕਿ ਇੱਥੇ ਆ ਕੇ ਕਰਨਾ ਕੀ ਹੈ। ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ, ਇੰਨਾ ਮਨ ਖੁੱਭਿਆ ਕਿ ਮਾਂ ਤੇ ਪਿਓ ਨੂੰ ਆਖਣ ਲੱਗੇ ਕਿ ਮੇਰਾ ਮਨ ਕਰਦਾ ਮੈਂ ਇਸ ਧਰਤੀ ਤੇ ਠਹਿਰਾਂ, ਮੈਂ ਇੱਥੇ ਗੁਰੂ ਦੀ ਸੇਵਾ ਕਰਾਂ, ਔਰ ਜੋ ਮੇਰੇ ਇਹ ਵੱਡੇ ਵੀਰ ਸਤਿਕਾਰਯੋਗ ਮੇਰੇ ਭਰਾ ਸਿੱਖ ਰਹੇ ਨੇ ਮੈਂ ਉਹ ਸਿੱਖਿਆ ਲਵਾਂ। ਤੇ ਮਾਂ ਤੇ ਪਿਓ ਨੇ ਆਣ ਕੇ ਆਖਿਆ ਸੀ, ਪਾਤਸ਼ਾਹ ਸਾਡਾ ਪੁੱਤਰ ਰਹਿਣਾ ਚਾਹੁੰਦਾ ਤੇ ਮੇਰੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ। ਮੈਂ ਸੰਖੇਪ ਵਿੱਚ ਹੀ ਚੱਲਾਂ। ਜਦੋਂ ਇਸ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਸ਼ਸਤਰ ਤੇ ਸ਼ਾਸਤਰ ਦੋਨੋਂ ਦੀ ਸਿੱਖਿਆ ਲਈ ਜੀ, ਗੁਰਬਾਣੀ ਸਿੱਖੀ, ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਲਿਆ ਤੇ ਨਾਲ ਸ਼ਸਤਰ ਵਿਦਿਆ ਜਿਹੜੀ ਅਸੀਂ ਛੱਡਦੇ ਜਾ ਰਹੇ ਹਾਂ ਜੀ, ਕਿ ਇਹਦਾ ਕੀ ਲਾਭ। ਅੱਜ ਕੱਲ੍ਹ ਤੇ ਸਾਡੇ ਕੋਲ ਜਿਹੜੇ ਨੇ ਉਹ ਵੱਡੇ ਵੱਡੇ ਹਥਿਆਰ ਆ ਗਏ, ਸਾਡੇ ਕੋਲ ਪਿਸਤੌਲ ਆ ਗਏ, ਸਾਡੇ ਮਤਲਬ ਇਹ ਅਸੀਂ ਇਹਨਾਂ ਨੂੰ ਹਥਿਆਰ ਗਿਣਨਾ ਸ਼ੁਰੂ ਕਰ ਦਿੱਤਾ, ਪਰ ਜਿਹੜਾ ਸਤਿਗੁਰੂ ਵੱਲੋਂ ਬਖਸ਼ਿਆ ਹੋਇਆ ਸ਼ਸਤਰ ਆ ਉਹ ਅਸੀਂ ਛੱਡ ਦਿੱਤਾ। ਇੱਕ ਸਮਾਂ ਸੀ ਜਦੋਂ ਮੇਰੇ ਪਾਤਸ਼ਾਹ ਜੀ ਨੇ 1.25 ਲੱਖ ਦੇ ਨਾਲ ਇੱਕ ਲੜਾ ਦਿੱਤਾ ਜੀ। ਸਾਹਮਣੇ ਮੈਦਾਨੇ ਜੰਗ ਦੇ ਵਿੱਚ ਤੋਪਾਂ ਨੇ, ਬੰਦੂਕਾਂ ਨੇ, ਹੋਰ ਵੱਡੇ ਵੱਡੇ ਹਥਿਆਰ ਨੇ, ਪਰ ਇੱਧਰ ਮਰਜੀਵੜੀਆਂ ਦੇ ਕੋਲ ਕੇਵਲ ਕਿਰਪਾਨਾਂ ਨੇ, ਨੇਜੇ ਨੇ। ਬਸ ਇਹਨਾਂ ਦੇ ਸਹਾਰੇ ਸਿੰਘ ਲੜਦੇ ਰਹੇ ਨਾ। ਸਤਿਗੁਰੂ ਜੀ ਨੇ ਸਾਡੇ ਅੰਦਰ ਉਹ ਬਲ ਭਰਿਆ ਤੇ ਐਸਾ ਹੀ ਬਲ ਬਾਬਾ ਦੀਪ ਸਿੰਘ ਜੀ ਦੇ ਅੰਦਰ ਭਰਨਾ ਆਰੰਭ ਕੀਤਾ। ਸ਼ਸਤਰ ਤੇ ਸ਼ਾਸਤਰ ਦੋਨਾਂ ਦਾ ਗਿਆਨ ਜਿਹੜਾ ਸੀ ਇੱਥੇ ਭਾਈ ਮਨੀ ਸਿੰਘ ਜੀ ਦੇ ਛਾਂ ਹੇਠ, ਕਿਉਂਕਿ ਬੜੇ ਉੱਚੇ ਜੀਵਨ ਵਾਲੇ ਸਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਅੱਗੇ ਜ਼ਿਕਰ ਆਉਣਾ ਜੀ। ਭਾਈ ਮਨੀ ਸਿੰਘ ਜੀ ਦੇ ਕੋਲ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਜੋ ਵੀ ਗੁਰੂ ਘਰ ਦੀ ਮਰਜ਼ਾਦਾ ਸੀ ਉਹ ਸਿੱਖੀ। ਤੇ ਇੱਕ ਦਿਨ ਭਾਣਾ ਵਾਪਰਿਆ, ਬਾਬਾ ਦੀਪ ਸਿੰਘ ਜੀ ਬਰਤਨਾਂ ਦੀ ਸੇਵਾ ਕਰਦੇ ਪਏ ਜੀ। ਬਰਤਨਾਂ ਦੀ ਸੇਵਾ ਕਰਦੇ ਪਏ ਆ, ਬਰਤਨ ਧੋਂਦੇ ਨੇ, ਰੱਖ ਦਿੰਦੇ ਨੇ, ਤੇ ਕੀ ਹੁੰਦਾ ਕਿ ਇੱਕ ਹੱਥ ਦੇ ਵਿੱਚ ਕੌਲਾ ਆਉਂਦਾ, ਉਹਨੂੰ ਮਾਂਜਣਾ ਸ਼ੁਰੂ ਕਰ ਦਿੰਦੇ ਨੇ। ਹੁਣ ਅੱਜ ਕੱਲ੍ਹ ਸਰਫ ਵਾਂਗ ਤਾਂ ਹੈ ਨਹੀਂ ਸੀ ਜੀ, ਸਵਾਹ ਸੀ ਨਾਲ ਰੇਤਾ। ਜਦੋਂ ਮਾਂਜਦੇ ਨੇ ਤੇ ਉਸ ਬਾਟੇ ਨੂੰ ਆਪਣੇ ਚਿਹਰੇ ਵੱਲ ਵੇਖ ਕੇ ਫਿਰ ਉਹਨੂੰ ਮਾਂਜਣ ਲੱਗ ਜਾਂਦੇ ਨੇ। ਲਗਭਗ ਕਾਫੀ ਸਮਾਂ ਹੋ ਗਿਆ ਉਸੇ ਬਾਟੇ ਨੂੰ ਮਾਂਜਦੇ ਨੇ, ਆਪਣਾ ਚਿਹਰਾ ਦੇਖਦੇ ਨੇ, ਫਿਰ ਉਹਨੂੰ ਮਾਂਜਣ ਲੱਗ ਜਾਂਦੇ ਨੇ, ਧੋਂਦੇ ਨੇ, ਫਿਰ ਚਿਹਰਾ ਵੇਖਦੇ ਨੇ। ਤੇ ਉਸ ਸਮੇਂ ਸਤਿਗੁਰੂ ਜੀ ਆਉਂਦੇ ਨੇ ਜੀ। ਜਦੋਂ ਆਉਂਦੇ ਨੇ, ਆਣ ਕੇ ਕੀ ਦੇਖਦੇ ਕਿ ਬਾਬਾ ਦੀਪ ਸਿੰਘ ਜੀ ਇਹ ਹਰੇਕ ਵਾਰ ਉਸੇ ਬਾਟੇ ਨੂੰ ਬਾਰ-ਬਾਰ ਦੇਖਦੇ ਨੇ। ਅਸਲ ਵਿੱਚ ਜੀਵਨ ਜਾਚ ਕੀ ਹੈ? ਜਿਸ ਪ੍ਰਸਾਦ ਸਭ ਜਗਤ ਤਰਾਇਆ, ਕਿਸ ਤਰ੍ਹਾਂ ਇਹ ਘਾੜਤ ਘੜੀ ਜਾਣੀ ਸੀ। ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਇਹ ਕਿਸ ਤਰ੍ਹਾਂ ਯਾਦ ਆਉਣਾ ਸੀ। ਬਾਬਾ ਦੀਪ ਸਿੰਘ ਜੀ ਇਹੀ ਤੇ ਸਿੱਖਿਆ ਲੈ ਰਹੇ ਸਨ। ਪਿੱਠ ਪਿੱਛੇ ਮੇਰੇ ਪਾਤਸ਼ਾਹ ਜੀ ਖਲੋਤੇ ਨੇ, ਬਾਬਾ ਦੀਪ ਸਿੰਘ ਜੀ ਆਪਣੇ ਮੌਜ ਵਿੱਚ ਉਸ ਬਾਟੇ ਨੂੰ ਮਾਂਜਦੇ ਨੇ ਤੇ ਫਿਰ ਆਪਣਾ ਚਿਹਰਾ ਦੇਖਦੇ ਨੇ, ਫਿਰ ਉਹਨੂੰ ਧੋਣ ਲੱਗ ਪੈਂਦੇ ਨੇ। ਤੇ ਪਾਤਸ਼ਾਹ ਕਹਿੰਦੇ, ਦੀਪਿਆ ਇਹ ਕੀ ਕਰਦਾ ਪਿਆ? ਕਹਿੰਦੇ, ਪਾਤਸ਼ਾਹ ਮੈਂ ਇਸ ਬਾਟੇ ਨੂੰ ਧੋਂਦਾ ਪਿਆ।
ਕਹਿੰਦੇ ਮੈਂ ਦੇਖਿਆ ਕਾਫੀ ਸਮੇਂ ਤੋਂ ਤੂੰ ਇਸ ਬਾਟੇ ਨੂੰ ਮਾਂਜ ਰਿਹਾ। ਪਹਿਲਾਂ ਜਦੋਂ ਤੂੰ ਮਾਂਜ ਰਿਹਾ ਸੀ ਉਹਨਾਂ ਨੂੰ ਰੱਖ ਰਿਹਾ ਸੀ, ਪਰ ਹੁਣ ਇਹਨੂੰ ਮਾਂਜ ਰਿਹਾ, ਇੰਨਾ ਮਾਂਜਿਆ ਕਿ ਇਹਦੇ ਵਿੱਚੋਂ ਤੇਰਾ ਚਿਹਰਾ ਸਾਫ਼ ਨਜ਼ਰ ਆਉਣ ਲੱਗ ਪਿਆ। ਤੇਰਾ ਚਿਹਰਾ ਸਾਫ਼ ਨਜ਼ਰ ਆਉਣ ਲੱਗ ਪਿਆ। ਤੇ ਫਿਰ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਫਿਰ ਉਸ ਬਾਟੇ ਨੂੰ ਜਿਹੜਾ ਵਾ ਉਹ ਸਵਾਹ ਦੇ ਵਿੱਚ ਮਲਣ ਲੱਗ ਪੈਂਦੇ ਨੇ। ਫਿਰ ਧੋ ਕੇ ਤੇ ਜਦੋਂ ਫਿਰ ਦੇਖਦੇ ਨੇ ਤੇ ਪਾਤਸ਼ਾਹ ਹੱਸ ਕੇ ਕਹਿੰਦੇ ਨੇ, ਦੀਪਿਆ ਵੇਖ ਹੁਣ ਤੇ ਕਲੀਅਰ ਤੇਰਾ ਚਿਹਰਾ ਦਿਖਣ ਲੱਗ ਪਿਆ। ਤੇ ਚਰਨਾਂ ਤੇ ਹੱਥ ਰੱਖ ਕੇ ਕਹਿਣ ਲੱਗੇ, ਪਾਤਸ਼ਾਹ ਇਹੀ ਤੇ ਸਿੱਖਦਾ ਪਿਆ, ਮੈਂ ਇਹੀ ਤੇ ਕੋਸ਼ਿਸ਼ ਕਰਦਾ ਪਿਆ। ਕਾਫੀ ਲੰਮੇ ਸਮੇਂ ਤੋਂ ਮੈਂ ਇਹ ਜੱਦੋ-ਜਹਿਦ ਕਰ ਰਿਹਾ। ਮੈਂ ਇਹਨੂੰ ਧੋਂਦਾ ਤੇ ਜਦੋਂ ਧੋ ਕੇ ਮੈਂ ਆਪਣੇ ਚਿਹਰੇ ਵੱਲ ਕਰਦਾ, ਇਹਦੇ ਵਿੱਚੋਂ ਮੇਰਾ ਚਿਹਰਾ ਨਜ਼ਰ ਆਉਂਦਾ। ਪਾਤਸ਼ਾਹ ਕਹਿੰਦੇ ਦੇਖਣਾ ਕੀ ਚਾਹੁੰਦਾ? ਕਹਿੰਦੇ ਪਾਤਸ਼ਾਹ ਮੈਂ ਦੇਖਣਾ ਚਾਹੁੰਦਾ ਜਦੋਂ ਤੱਕ ਇਸ ਬਾਟੇ ਵਿੱਚੋਂ ਤੇਰਾ ਸਰੂਪ ਨਹੀਂ ਨਜ਼ਰ ਆਉਂਦਾ ਉਦੋਂ ਤੱਕ ਮੈਂ ਮੰਨਾਂਗਾ ਜੀ। ਇਹ ਹੈ ਘਾੜਤ। ਅਸੀਂ ਕੇਵਲ ਸੇਵਾ ਕਰਦੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਆਪਣਾ ਮਨ ਘੜਦੇ ਪਏ ਨੇ। ਕਹਿੰਦੇ ਪਾਤਸ਼ਾਹ ਅਜੇ ਮੈਂ ਵਾਂ, ਜਿਸ ਦਿਨ ਤੂੰ ਹੋਵੇਂਗਾ ਉਸ ਦਿਨ ਇਹ ਬਾਟਾ ਜਿਹੜਾ ਇਹ ਮਨ ਰੂਪੀ ਬਾਟਾ ਇਹ ਮਾਂਜਿਆ ਜਾਵੇਗਾ। ਇਹ ਹੈ ਘਾੜਤ। ਆਨੰਦਪੁਰ ਦੀ ਧਰਤੀ ਦੇ ਉੱਤੇ ਦੇਖਦੇ ਨੇ, ਆਪਣੇ ਕੰਨਾਂ ਦੇ ਨਾਲ ਸੁਣਦੇ ਨੇ ਕਿਸ ਤਰ੍ਹਾਂ ਮੈਦਾਨੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਵਰਗੇ ਕਿਸ ਤਰ੍ਹਾਂ ਮੈਦਾਨੇ ਯੁੱਧ ਦੇ ਵਿੱਚ ਜਿਹੜੇ ਨੇ ਆਪਾ ਵਾਰਨ ਵਾਲੇ ਸਿੱਖਾਂ ਨੇ ਸ਼ਹਾਦਤਾਂ ਪਾਈਆਂ। ਇਹ ਸਾਰਾ ਇਤਿਹਾਸ ਦ੍ਰਿੜ ਕਰਨ ਤੋਂ ਬਾਅਦ ਤਕਰੀਬਨ 1703 ਈਸਵੀ ਨੂੰ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਤੇ ਮਾਤਾ ਜੀ ਦੁਬਾਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਇੱਥੇ ਸਭ ਕੁਝ ਸਿੱਖ ਲਿਆ ਜੀ। ਉਹ ਘਾੜਤ ਘੜੀ ਗਈ, ਜਿਸ ਘਾੜਤ ਘੜਨ ਵਾਸਤੇ ਮਾਂ ਤੇ ਪਿਓ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਛੱਡਿਆ ਸੀ। ਅੱਜ ਅਸੀਂ ਅਵੇਸਲੇ ਹੋ ਗਏ ਹਾਂ ਜੀ। ਅਸੀਂ ਕਹਿੰਦੇ ਸਾਡਾ ਪੁੱਤਰ ਇੱਕ ਆ ਜੀ, ਸਾਡੀ ਸੰਤਾਨ ਇੱਕ ਹੈ, ਕਿਵੇਂ ਛੱਡ ਦਈਏ? ਪਰ ਸੋਚਿਆ ਕਰੋ ਕਿਸ ਤਰ੍ਹਾਂ ਮਾਂ ਜਿਉਣੀ ਨੇ ਆਪਣੇ ਲਖਤੇ ਜਿਗਰ ਨੂੰ ਛੱਡ ਕੇ ਤੇ ਫਿਰ ਪੰਜਾਬ ਦੀ ਧਰਤੀ ਪਹੂਵਿੰਡ ਨਗਰ ਦੇ ਵਿੱਚ ਜਾ ਕੇ ਨਿਵਾਸ ਕੀਤਾ। ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਇੱਕ ਭਗਤ ਬਣੇ, ਇੱਕ ਸੂਰਮਾ ਬਣੇ। ਤੇ ਜੇ ਮਾਂ ਦੇ ਅੰਦਰ ਉਹ ਆਤਮ ਵਿਸ਼ਵਾਸ ਹੋਵੇ ਤੇ ਦੂਰ ਬੈਠਾ ਹੋਇਆ ਪੁੱਤਰ ਵੀ ਝੋਲੀ ਦੇ ਵਿੱਚ ਬੈਠਾ। ਇਹ ਘਾੜਤ ਘੜੀ ਗਈ ਜੀ। ਇਸ ਘਾੜਤ ਤੋਂ ਬਾਅਦ ਮਾਂ ਤੇ ਪਿਓ ਨੇ ਆਣ ਕੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਪਾਤਸ਼ਾਹ ਅਸੀਂ ਆਏ ਹਾਂ, ਹਰ ਸਾਲ ਆਉਂਦੇ ਹਾਂ, ਪਰ ਐਰਕਾ ਮਨ ਕਰਦਾ ਕਿ ਅਸੀਂ ਆਪਣੇ ਪੁੱਤਰ ਨੂੰ ਲੈ ਕੇ ਜਾਈਏ। ਆਪਣੇ ਪੁੱਤਰ ਨੂੰ ਵਾਪਸ ਖੜਿਆ ਜੀ। ਗੁਰੂ ਸਾਹਿਬ ਨੇ ਹੁਕਮ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਔਰ ਕਿਹਾ ਵੀ ਜੋ ਘਾੜਤ ਜੋ ਮਰਜ਼ਾਦਾ ਤੁਸੀਂ ਇੱਥੇ ਸਿੱਖੀ ਹੈ ਇਹ ਆਪਣੇ ਨਗਰ ਵਿੱਚ ਵੀ ਨਿਭਾਉਣੀ। ਭਾਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸੰਭਾਲਣਾ। ਇੱਕ ਮੈਂ ਬੇਨਤੀ ਕਰਾਂ, ਗੁਰੂ ਘਰ ਦੇ ਵਿੱਚ ਜਦੋਂ ਵੀ ਤੁਸੀਂ ਆਉਂਦੇ ਜੇ ਨਾ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਸਾਨੂੰ ਜਿਹੜਾ ਵਾ ਕੁਛ ਨਾ ਕੁਛ ਗੁਰੂ ਸਾਹਿਬ ਜਿਹੜਾ ਵਾ ਮਰਜ਼ਾਦਾ ਦੇ ਵਿੱਚ ਢਿੱਲ ਦੇਣ, ਪਰ ਨਹੀਂ। ਸਾਡਾ ਇਤਿਹਾਸ ਕਹਿੰਦਾ ਹੈ ਕਿ ਇੱਕ ਤੇ ਅੰਮ੍ਰਿਤ ਵੇਲਾ, ਇੱਕ ਸ਼ਾਮ ਦਾ ਜਿਹੜਾ ਸਮਾਂ ਜੀ ਸੋਦਰ, ਇਹ ਦੋਨੋਂ ਸੰਭਾਲਣੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਨਿੱਤ ਦਾ ਕਰਮ ਸੀ। ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਪ ਉਚਾਰਾ। ਅਸੀਂ ਵੇਸਲੇ ਨਾ ਹੋਈਏ। ਅੱਜ ਸਮੇਂ ਦੇ ਅਨੁਸਾਰ ਮੈਂ ਕਿਸੇ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਕਿ ਮੈਂ ਕਿਸੇ ਦੇ ਬਰਖਲਾਫ ਬੋਲਾਂ। ਅੱਜ ਸਾਨੂੰ ਦਰਸਾਇਆ ਜਾ ਰਿਹਾ ਕਿ ਅੰਮ੍ਰਿਤ ਵੇਲਾ ਉਦੋਂ ਜਦੋਂ ਉੱਠ ਪਾਓ ਜੀ। ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਨਾ ਵੀ ਜਦੋਂ ਅਸੀਂ ਉੱਠ ਪੈਂਦੇ ਹਾਂ ਸਤਿਨਾਮ ਵਿਹਾਂਜਣ ਲੱਗ ਪੈਂਦੇ ਹਾਂ ਤੇ ਉਦੋਂ ਅੰਮ੍ਰਿਤ ਵੇਲਾ। ਪਰ ਗੁਰੂ ਸਾਹਿਬ ਕਹਿੰਦੇ ਕੇਵਲ ਇਹ ਨਹੀਂ ਆਖਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਵੀ ਆਖਿਆ ਪ੍ਰਭਾਤੇ ਉੱਠ ਨਾਮ ਜਪ ਨਿਸ ਬਾਸੁਰ ਅਰਾਧ। ਫਿਰ ਇੱਥੇ ਪ੍ਰਭਾਤ ਦਾ ਕੀ ਅਰਥ ਲਵਾਂਗੇ? ਅੰਮ੍ਰਿਤ ਵੇਲਾ ਇਹੀ ਹੈ ਕਿ ਪਹਿਰ ਰਾਤ ਰਹਿੰਦੀ। ਸਾਡਾ ਇਤਿਹਾਸ ਦੱਸਦਾ ਜੀ 4 ਪਹਿਰ ਦਿਨ ਦੇ 4 ਪਹਿਰ ਰਾਤ ਦੇ। ਮੇਰਾ ਵਿਸ਼ਾ ਨਹੀਂ, ਪਰ ਮੈਂ ਬੇਨਤੀ ਕਰਾਂ ਵੀ ਜਦੋਂ ਵੀ ਬਾਣੀ ਪੜ੍ਹਦੇ ਜੇ ਨਾ, ਸਵੇਰ ਦਾ ਸਮਾਂ ਜਦੋਂ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦੀ, ਤਕਰੀਬਨ ਮੰਨ ਲਓ 6:30 6 ਵਜੇ ਸੂਰਜ ਨਿਕਲਦਾ ਤੇ ਇਹ ਤੋਂ 3 ਘੰਟੇ ਪਹਿਲਾਂ
ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਆਪਣੇ ਘਰ ਦੇ ਵਿੱਚ ਬੈਠ ਕੇ ਨਿਤਨੇਮ ਜਾਂ ਨਜ਼ਦੀਕ ਗੁਰੂ ਘਰ ਦੇ ਵਿੱਚ ਆਣ ਕੇ ਸੰਗਤੀ ਰੂਪ ਵਿੱਚ ਨਿਤਨੇਮ ਕਰਨਾ ਇਹ ਸਿੱਖ ਦਾ ਜਿਹੜਾ ਕਰਮ ਹੈ। ਔਰ ਜਦੋਂ ਵੀ ਬਾਣੀ ਪੜ੍ਹਦੇ ਜੇ ਨਾ, ਮੈਂ ਬੇਨਤੀ ਕਰਾਂ, ਐਵੇਂ ਨਹੀਂ ਘਾੜਤ ਘੜੀ ਜਾਂਦੀ। ਕਹਿਣ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ ਸਾਰੇ ਜਾਣੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਇਹ ਕਹਿਣਾ ਹੀ ਆ ਜੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਕੇਵਲ ਇਹ ਅਸੀਂ ਜਿਨ੍ਹਾਂ ਨੇ ਆਨੰਦ ਮਾਣਿਆ ਨਾ, ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ੍ਹਿਆ, ਉਹ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਵਾਂਗਾ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਉਹ ਸਾਡੇ ਵਰਗੇ ਨੇ ਜੀ ਕੇਵਲ ਕਹਿਣ ਨੂੰ ਹੀ ਹੈ ਜੀ। ਸਾਹਮਣੇ ਅਸੀਂ ਰੋਜ਼ ਆਨੰਦ ਸਾਹਿਬ ਪੜ੍ਹਦੇ ਆ, ਹੁਣੇ ਅਸੀਂ 6 ਪੌੜੀਆਂ ਪੜ੍ਹਨਾ, ਪਰ ਅਸਲ ਵਿੱਚ ਜਿਨੇ ਇਹਨੂੰ ਮਾਣਿਆ ਨਾ, ਉਹ ਵਾਕਈ ਕਹਿੰਦਾ ਹੈ ਕਿ ਆਨੰਦ ਕੇਵਲ ਸਤਿਗੁਰੂ ਦੇ ਕੋਲ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਤੇ ਸਾਰੇ ਆਨੰਦ ਆਨੰਦ ਕਹਿੰਦੇ ਨੇ, ਪਰ ਅਸਲ ਵਿੱਚ ਆਨੰਦ ਗੁਰੂ ਦੇ ਕੋਲੋਂ ਹੀ ਮਿਲਦਾ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ, ਬਾਬਾ ਦੀਪ ਸਿੰਘ ਜੀ ਦੇ ਇਹ ਸਾਰੀਆਂ ਵਡਿਆਈਆਂ ਪਹੁਵਿੰਡ ਦੀ ਧਰਤੀ ਉੱਤੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਪ੍ਰਚਾਰ ਕੀਤਾ। ਯੋਧਿਆਂ ਨੂੰ ਕਿਰਪਾਨਾਂ ਹੱਥ ਵਿੱਚ ਪਕੜਾ ਕੇ ਸ਼ਸਤਰ ਸਿਖਲਾਈ ਦਿੱਤੀ, ਸ਼ਸਤਰ ਦੀ ਵਿਦਿਆ ਦਿੱਤੀ। ਇਹਨਾਂ ਮਤਲਬ ਇਸ ਇਲਾਕੇ ਦੇ ਵਿੱਚ ਰਹਿਮਤ ਹੋਈ ਵੀ ਕੱਲਾ ਕੱਲਾ ਨੌਜਵਾਨ ਹੀ ਨਹੀਂ, ਬਜ਼ੁਰਗਾਂ ਨੇ ਵੀ ਜਿਹੜਾ ਵਾ ਉਹ ਸ਼ਸਤਰ ਵਿਦਿਆ ਹਾਸਲ ਕੀਤੀ, ਜਿਹਦੀ ਗਵਾਹੀ ਇਹ ਮਿਲਦੀ ਹੈ ਕਿ ਜਦੋਂ 12 ਮਿਸਲਾਂ ਬਣਦੀਆਂ ਤੇ ਬਾਬਾ ਦੀਪ ਸਿੰਘ ਜੀ 12 ਮਿਸਲਾਂ ਦੇ ਵਿੱਚੋਂ ਬੁੱਢਾ ਦਲ ਦੇ ਮੁਖੀ ਹੋਏ ਨੇ। ਭਾਵ ਬੁੱਢਾ ਦਲ ਇੱਕ ਤਰਨਾ ਦਲ ਹੋਇਆ, ਇੱਕ ਬੁੱਢਾ ਦਲ। ਬੁੱਢਾ ਦਲ ਭਾਵ ਜਿਹਦੇ ਵਿੱਚ ਕੇਵਲ ਬਜ਼ੁਰਗ ਨੇ, ਤੇ ਇਹ ਦੇਣ ਬਾਬਾ ਦੀਪ ਸਿੰਘ ਜੀ ਦੀ ਸੀ। ਔਰ ਇਹੀ ਤਾਕਤ ਸੀ ਕਿ ਬਾਬਾ ਦੀਪ ਸਿੰਘ ਜੀ ਇੰਨੀ ਤਾਕਤ ਰੱਖਦੇ ਸਨ ਕਿ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਸਮਾਂ ਆਇਆ ਤੇ 18 ਸ਼ੇਰ, ਸਾਡੇ ਕੋਲ 2.5 ਫੁੱਟੀ ਕਿਰਪਾਨ ਜੀ ਫੜੀ ਨਹੀਂ ਜਾਂਦੀ, ਪਰ 18 ਸ਼ੇਰ ਦਾ ਹੱਥ ਵਿੱਚ ਖੰਡਾ ਪਕੜ ਕੇ ਚੱਲਣਾ। ਤੇ ਬਾਬਾ ਦੀਪ ਸਿੰਘ ਜੀ ਨੇ ਕੇਵਲ ਪਕੜ ਕੇ ਚੱਲਿਆ ਹੀ ਨਹੀਂ, ਉਹਨੂੰ ਵਾਹਿਆ ਵੀ, ਮੈਦਾਨੇ ਜੰਗ ਦੇ ਵਿੱਚ ਜੂਝੇ ਵੀ। ਪਰ ਇਸ ਤੋਂ ਪਹਿਲਾਂ ਜਿਹੜੀ ਘਾੜਤ ਘੜੀ ਗਈ, ਦੇਖੋ ਦਮਦਮਾ ਸਾਹਿਬ ਦੀ ਧਰਤੀ ਉੱਤੇ ਜਦੋਂ ਬਾਬਾ ਦੀਪ ਸਿੰਘ ਜੀ ਆਉਂਦੇ ਨੇ 1703 ਈਸਵੀ ਨੂੰ, 1704 ਈਸਵੀ ਨੂੰ ਤਕਰੀਬਨ ਦੂਜੇ ਤੀਜੇ ਮਹੀਨੇ ਜਿਹੜਾ ਵਾ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਂਦਾ। ਤਕਰੀਬਨ 9-10 ਮਹੀਨੇ ਘੇਰਾ ਪੈਂਦਾ ਤੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਪਾਤਸ਼ਾਹ ਜੀ ਬਾਹਰ ਨਿਕਲਦੇ ਨੇ, ਪਰਿਵਾਰ ਖੇਰੂ ਖੇਰੂ ਹੋ ਜਾਂਦਾ, ਵਿਛੜ ਜਾਂਦਾ ਜੀ। 4 ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੁੰਦੀਆਂ, ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਦੀਵਾਰਾਂ। ਇਹ ਸਾਰਾ ਕੁਝ ਸਤਿਗੁਰੂ ਜੀ ਹੰਢਾ ਕੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜਦੇ ਨੇ ਤੇ ਇੱਥੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਜਾਂਦਾ। ਔਰ ਇੱਥੇ ਹੀ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਤਿਆਰੀ ਕੀਤੀ ਜਾਂਦੀ ਹੈ, ਭਾਈ ਮਨੀ ਸਿੰਘ ਜੀ ਲਿਖਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਕਲਮਾਂ ਤੇ ਸ਼ਾਹੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਰੂਪ ਦੇਖੋਗੇ ਨਾ, ਅਸੀਂ ਪੁਰਾਣੇ ਸਮੇਂ ਦੇ ਵਿੱਚ ਸ਼ਾਹੀ ਬਣਾਉਂਦੇ ਸੀ, ਕਿਸੇ ਦਿਨ ਗਾੜੀ ਹੋ ਜਾਣੀ, ਕਿਸੇ ਦਿਨ ਫਿੱਕੀ, ਤੇ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਹੀ ਇੱਕ ਬਰਾਬਰ ਹੈ ਜੀ। ਕਿੰਨੀ ਦੂਰ ਅੰਦੇਸ਼ੀ ਹੋਵੇਗੀ, ਕਿੰਨੀ ਰਹਿਮਤ ਹੋਵੇਗੀ ਬਾਬਾ ਦੀਪ ਸਿੰਘ ਜੀ ਤੇ, ਵੀ ਹਰ ਰੋਜ਼ ਨਵੀਂ ਸ਼ਾਹੀ ਤਿਆਰ ਕਰਨੀ ਤੇ ਇੱਕ ਬਰਾਬਰ ਜੀ। ਜਿਹੜੀਆਂ ਕਲਮਾਂ ਘੜੀਆਂ ਜਾਂਦੀਆਂ ਸਨ, ਦੁਬਾਰਾ ਉਹਨਾਂ ਨੂੰ ਨਹੀਂ ਸੀ ਘੜਿਆ ਜਾਂਦਾ, ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸੀ, ਕਾਨੇ ਲੱਭਣੇ, ਉਹਨਾਂ ਨੂੰ ਰੋਜ਼ਾਨਾ ਘੜਨਾ। ਔਰ ਇੱਥੋਂ ਤੱਕ ਕਿ ਪਾਤਸ਼ਾਹ ਜੀ ਉਸ ਤੋਂ ਬਾਅਦ ਹੁਕਮ ਕਰਕੇ ਗਏ ਦਮਦਮਾ ਸਾਹਿਬ ਦੀ ਧਰਤੀ ਉੱਤੇ, ਜਿਹਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ, ਇਸ ਧਰਤੀ ਦੇ ਉੱਤੇ ਮੇਰੇ ਪਾਤਸ਼ਾਹ ਜੀ ਦੇ ਇਸ ਸਿੱਖ ਨੇ ਬਖੂਬੀ ਸੇਵਾ ਨਿਭਾਈ, ਸਿੱਖ ਧਰਮ ਦਾ ਪ੍ਰਚਾਰ ਕੀਤਾ, ਨਾਲ ਨਾਲ ਸ਼ਸਤਰ ਤੇ ਸ਼ਾਸਤਰ ਵਿਦਿਆ ਆਰੰਭ ਰੱਖੀ। ਇਸ ਧਰਤੀ ਦੇ ਉੱਤੇ ਹੀ ਮੇਰੇ ਪਾਤਸ਼ਾਹ ਜੀ ਦੇ ਇਸ ਸਿੱਖ ਨੇ 4 ਸਰੂਪ ਆਪਣੇ ਹੱਥ ਦੇ ਨਾਲ ਲਿਖ ਕੇ, ਜਿਨ੍ਹਾਂ ਨੂੰ ਇੱਕ ਅੰਮ੍ਰਿਤਸਰ ਦੀ ਧਰਤੀ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ, ਇੱਕ ਜਿੱਥੇ ਮੇਰੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਕੇਸਗੜ੍ਹ ਸਾਹਿਬ,
ਇੱਕ ਮੇਰੇ ਪਾਤਸ਼ਾਹ ਜੀ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਪਟਨਾ ਦੀ ਧਰਤੀ ਤੇ ਚੌਥਾ ਸਰੂਪ, ਜਿਸ ਥਾਂ ਦੇ ਉੱਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਗੁਰੂ ਦੀ ਪਦਵੀ ਦੇ ਕੇ ਸਤਿਗੁਰੂ ਜੀ ਗਏ ਸਨ। ਚੌਥਾ ਸਰੂਪ ਉੱਥੇ ਦਿੱਤਾ। 4 ਸਰੂਪਾਂ ਦੀ 11 ਸਾਲ ਇਤਿਹਾਸਕਾਰਾਂ ਲਿਖਿਆ ਜੀ। 11 ਸਾਲਾਂ ਦੇ ਵਿੱਚ ਮੇਰੇ ਪਾਤਸ਼ਾਹ ਜੀ ਦੇ ਸਿੱਖ ਨੇ ਇਹ ਸੇਵਾ ਨਿਭਾਈ। ਔਰ ਉਸ ਤੋਂ ਬਾਅਦ ਸਮਾਂ ਬਦਲਿਆ ਜੀ। ਸਿੱਖ ਕੌਮ ਇਸ ਧਰਤੀ ਦੇ ਉੱਤੇ ਹਾਕਮ ਪੱਤੇ ਪੱਤੇ ਦੇ ਉੱਤੇ, ਭਾਵ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ। ਇਸ ਧਰਤੀ ਦੇ ਉੱਤੇ ਕਤਲੇਆਮ ਹੋਇਆ। ਔਰ ਅਖੀਰ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਜੀ, ਮੈਂ ਸੰਖੇਪ ਵਿੱਚ ਕਹਿ ਕੇ ਸਮਾਪਤੀ ਕਰਾਂ। ਅਹਿਮਦ ਸ਼ਾਹ ਜਿਹਨੂੰ ਦੁਰਾਨੀ ਦੀ ਉਪਾਧੀ ਮਿਲੀ ਸੀ ਤੇ ਅਬਦਾਲ ਦਾ ਇਹ ਰਹਿਣ ਵਾਲਾ ਸੀ। ਕਿਉਂਕਿ ਅਸੀਂ ਇਤਿਹਾਸ ਪੜ੍ਹਾਂਗੇ 2 ਨਾਂ ਆਉਂਦੇ ਆ ਜੀ, ਤੁਸੀਂ ਫੋਨ ਉੱਤੇ ਸਰਚ ਮਾਰੋਗੇ ਨਾ ਤੇ ਅਹਿਮਦ ਸ਼ਾਹ ਦੁਰਾਨੀ ਸ਼ਬਦ ਆਉਂਦਾ। ਦੁਰਾਨੀ ਉਹਨੂੰ ਉਪਾਧੀ ਮਿਲੀ ਸੀ, ਅਬਦਾਲ ਦਾ ਇਹ ਰਹਿਣ ਵਾਲਾ ਸੀ। ਅਹਿਮਦ ਸ਼ਾਹ ਅਬਦਾਲੀ ਇਹ ਹਿੰਦੁਸਤਾਨ ਨੂੰ ਲੁੱਟਦਾ ਜੀ। ਕਾਬਲ ਕੰਧਾਰ ਤੋਂ ਦਿੱਲੀ ਤੱਕ ਇਹ ਇੱਟ ਨਾ ਇੱਟ ਖੜਕਾ ਕੇ ਜਾਂਦਾ। ਜਦੋਂ ਪੰਜਾਬ ਦੀ ਧਰਤੀ ਤੇ ਜਾਂਦਾ ਤੇ ਸੂਰਮੇ ਇਹਨੂੰ ਲੁੱਟਦੇ ਨੇ। ਜ਼ਕਰੀਆ ਖਾਨ ਪੁੱਛਦਾ, ਮਾਫ ਕਰਨਾ, ਅਹਿਮਦ ਸ਼ਾਹ ਪੁੱਛਦਾ ਜ਼ਕਰੀਆ ਖਾਨ ਨੂੰ, ਤੇ ਜ਼ਕਰੀਆ ਖਾਨ ਇਹਨਾਂ ਸਿੱਖਾਂ ਦੀ ਤਾਰੀਫ ਕਰਦਾ, ਕਹਿੰਦਾ ਇਹ ਸਿੱਖ ਨੇ ਗੁਰੂ ਨਾਨਕ ਦੇ ਘਰੋਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਤੋਂ ਆਬੇ ਹਯਾਤ ਲੈ ਕੇ ਇਹ ਪੈਦਾ ਹੋਏ ਨੇ ਜੀ। ਇਹਨਾਂ ਦਾ ਇੱਕ ਕੇਂਦਰੀ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਇਹ ਇਸ਼ਨਾਨ ਕਰਦੇ ਨੇ। ਸਾਡਾ ਵੈਸੇ ਹੁਣ ਸਾਰਿਆਂ ਦਾ ਜਿਹੜਾ ਨਾ ਭਰੋਸਾ ਟੁੱਟ ਚੁੱਕਾ ਜੀ। ਕੇਵਲ ਇਸ਼ਨਾਨ ਅਸੀਂ ਇੱਕ ਕਰਮ ਕਰਕੇ ਆਪਣੀ ਜ਼ਿੰਦਗੀ ਦਾ ਨਿਭਾਉਂਦੇ ਹਾਂ ਜੀ। ਇਸ਼ਨਾਨ ਕੀਤਾ ਤੇ ਬਸ। ਤੇ ਕਈਆਂ ਦਾ ਸਾਡਾ ਵਿਚਾਰ ਹੁੰਦਾ ਜੀ ਇਹਦੇ ਵਿੱਚ ਕੀ ਖਾਸ ਆ ਕਿ ਅੰਮ੍ਰਿਤਸਰ ਇਸ਼ਨਾਨ ਕੀਤਿਆਂ। ਗੁਰੂ ਕੇ ਪਿਆਰ ਵਾਲਿਓ, ਜਿਸ ਧਰਤੀ ਦੇ ਉੱਤੇ ਮੇਰੇ ਪਾਤਸ਼ਾਹ ਜੀ ਨੇ ਹਰਮੰਦਰ ਹਰ ਸਾਜਿਆ, ਜਿੱਥੇ ਹਰੀ ਦਾ ਮੰਦਰ ਬਣਾਇਆ, ਇਹ ਕੋਈ ਆਮ ਸਰੋਵਰ ਨਹੀਂ, ਇਹ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਬਣਿਆ। ਤੇ ਜਿੱਥੇ 24 ਘੰਟੇ ਰੱਬੀ ਬਾਣੀ ਦਾ, ਕਈ ਕਹਿੰਦੇ ਜੀ ਇਹ ਇਸ ਸਰੋਵਰ ਵਿੱਚ ਕੀ ਖਾਸ ਆ, ਇੱਥੇ ਇਸ਼ਨਾਨ ਕਰਨ ਦੇ ਨਾਲ ਕੀ ਮਿਲਦਾ। ਤੇ ਮੈਂ ਤੇ ਬੇਨਤੀ ਕਰਦਾ ਹੁੰਦਾ, ਜਦੋਂ ਅਸੀਂ ਅਖੰਡ ਪਾਠ ਸਾਹਿਬ ਰੱਖਦੇ ਹਾਂ ਤੇ ਕੁੰਭ ਵਿੱਚ ਪਾਣੀ ਰੱਖਦੇ ਹਾਂ ਜੀ, ਤੁਸੀਂ 3 ਦਿਨ ਜਿਹੜੀ ਉਹ ਬਾਣੀ ਪੜ੍ਹੀ ਜਾਂਦੀ ਹੈ, ਆਪਣੇ ਘਰ ਦੇ ਵਿੱਚੋਂ ਮਟਕਾ ਭਰ ਕੇ ਪਾਣੀ ਦਾ ਰੱਖ ਦਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਲਗਾਤਾਰ 3 ਦਿਨ ਬਾਣੀ ਪੜ੍ਹੀ ਜਾਂਦੀ ਹੈ। ਬਾਅਦ ਵਿੱਚ ਆਪਣੇ ਘਰ ਦਾ ਪਾਣੀ ਪੀਓ ਤੇ ਉਸ ਜਲ ਨੂੰ ਪੀ ਕੇ ਦੇਖਿਓ। ਇਹ ਕੇਵਲ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਜੀ। ਕਿਉਂ ਹਰਿਮੰਦਰ ਸਾਹਿਬ ਦੇ ਉੱਤੇ ਹਮਲਾਵਰਾਂ ਨੇ ਵੱਖ-ਵੱਖ ਸਮੇਂ ਅਨੁਸਾਰ ਇਸ ਹਰਿਮੰਦਰ ਨੂੰ ਢਾਇਆ ਤੇ ਇਸ ਸਰੋਵਰ ਨੂੰ ਪੂਰਿਆ। ਕੋਈ ਸ਼ਕਤੀ ਸੀ ਤੇ ਇਸ ਸ਼ਕਤੀ ਨੂੰ ਮਿਟਾਉਣ ਵਾਸਤੇ ਪੂਰਿਆ ਜਾਂਦਾ ਸੀ ਜੀ। ਜ਼ਕਰੀਆ ਖਾਨ ਐਵੇਂ ਨਹੀਂ ਸੀ ਕਹਿੰਦਾ ਸੀ ਇਹਨਾਂ ਨੂੰ, ਸਾਨੂੰ ਇਹ ਨਹੀਂ ਪਤਾ, ਪਰ ਇਹਨਾਂ ਪਤਾ ਜਦੋਂ ਇਹ ਹਰਿਮੰਦਰ ਸਾਹਿਬ ਵਿੱਚ ਆਉਂਦੇ ਨੇ, ਇੱਥੇ ਇਸ਼ਨਾਨ ਕਰਦੇ ਨੇ, ਇਹਨਾਂ ਵਿੱਚ ਪਤਾ ਨਹੀਂ ਤਾਕਤ ਕਿੱਥੋਂ ਆ ਜਾਂਦੀ ਹੈ। ਅਸੀਂ ਇਹਨਾਂ ਨੂੰ ਮਾਰਨਾ ਮੁਕਾਉਣਾ ਚਾਹਿਆ, ਇਹਨਾਂ ਦੇ ਉੱਤੇ ਇਨਾਮ ਰੱਖੇ, ਪਰ ਇਹ ਫਿਰ ਵੀ ਨਹੀਂ ਖਤਮ ਹੋਏ। ਇਹ ਕਿੱਥੇ ਰਹਿੰਦੇ ਜੀ? ਜੰਗਲਾਂ ਵਿੱਚ। ਇਹਨਾਂ ਦਾ ਉੱਥੇ ਘਰ ਘਾਟ ਕੀ ਆ ਜੀ? ਘੋੜਿਆਂ ਦੀਆਂ ਕਾਠੀਆਂ ਖਾਂਦੇ ਕੀ ਆ ਜੀ? ਚਣੇ। ਇਹਨਾਂ ਦਾ ਖਾਣਾ ਇਹ ਆ ਜੀ, ਇਹਨਾਂ ਨੂੰ ਇਹ ਬਦਾਮ ਕਹਿੰਦੇ ਆ। ਇਹ ਸਭ ਕੁਝ ਸੁਣ ਕੇ ਅਬਦਾਲੀ ਨੇ ਕਿਹਾ ਸੀ ਇੱਕ ਦਿਨ ਕਿ ਇਹ ਉਹ ਦਿਨ ਆਏਗਾ ਜਿਸ ਦਿਨ ਇਹ ਰਾਜ ਪੈਦਾ ਕਰਨਗੇ। ਖੈਰ, ਪਰ ਇਹ ਅਬਦਾਲੀ ਜਾਂਦਾ ਹੈ ਤੇ ਆਪਣੇ ਪੁੱਤਰ ਨੂੰ ਇੱਥੇ ਪੰਜਾਬ ਦਾ ਗਵਰਨਰ ਥਾਪ ਕੇ ਉਹ ਪੁੱਤਰ ਅੱਗੇ ਜਹਾਨ ਖਾਨ ਨੂੰ ਤੇ ਜਹਾਨ ਖਾਨ ਦੇ ਅੱਗੇ ਅਮਾਨ ਖਾਨ, ਇਹਨਾਂ ਨੇ ਅੰਮ੍ਰਿਤਸਰ ਨੂੰ ਸੰਭਾਲਿਆ। ਅੰਮ੍ਰਿਤਸਰ ਨੂੰ ਢਾਇਆ ਗਿਆ, ਪੂਰਿਆ ਗਿਆ। ਜਦੋਂ ਇਸ ਧਰਤੀ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਸੇਵਾ ਸੰਭਾਲਦੇ ਸਨ, ਉੱਥੇ ਜੂਝਦਿਆਂ ਹੋਇਆਂ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦੀ ਹੁੰਦੀ ਹੈ ਤੇ ਇੱਕ ਸਿੱਖ ਚੋਰੀ ਨਿਕਲ ਕੇ, ਇਸ ਕਰਕੇ ਨਹੀਂ ਕਿ ਡਰਦਾ ਹੋਇਆ, ਇਸ ਕਰਕੇ ਕਿ ਮੈਂ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਦੱਸਾਂ। ਜਾ ਕੇ ਦੱਸਿਆ ਗਿਆ ਤੇ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰੇ ਨੇ ਤੇ ਤਰਨਤਾਰਨ ਸਾਹਿਬ ਤੱਕ ਅੱਪੜਦਿਆਂ 5000 ਦੇ ਕਰੀਬ ਸਿੱਖ ਜਿਹੜੇ ਨੇ ਉਹ ਇਕੱਠੇ ਹੋਏ ਨੇ ਤੇ ਇੱਥੇ ਲਕੀਰ ਖਿੱਚੀ ਗਈ ਆ ਜੀ। ਇਹ ਨਹੀਂ ਕਿਸੇ ਨੂੰ ਜ਼ਬਰਦਸਤੀ ਆਖਿਆ ਕਿ ਜਿਹੜਾ ਸ਼ਹਾਦਤ, ਕਿਉਂਕਿ ਮਰਨ ਮੁਨਸਾ ਸੂਰਿਆ ਹੱਕ ਹੈ, ਸੂਰਮਿਆਂ ਦਾ ਹੱਕ ਹੈ ਜੂਝਣਾ,
ਮਰਨਾ। ਜਿਹਨੂੰ ਚਾਹੇ ਤੇ ਉਹ ਅੱਗੇ ਆ ਜਾਏ, ਬਾਕੀ ਸਾਰੇ ਪਿੱਛੇ ਚਲੇ ਜਾਣ। ਤੇ ਜਿੰਨੇ ਆਏ ਸਨ ਸਾਰਿਆਂ ਨੇ ਇਸ ਲਕੀਰ ਨੂੰ ਟੱਪ ਕੇ ਤੇ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਵਾਸਤੇ ਸ਼ਹਾਦਤ ਦਾ ਜਾਮ ਪੀਤਾ। ਅਖੀਰ ਅਮਾਨ ਖਾਨ ਦੇ ਨਾਲ ਜਿਹੜਾ ਸੀ ਬਾਬਾ ਦੀਪ ਸਿੰਘ ਜੀ ਦਾ ਟਾਕਰਾ ਹੋਇਆ। ਦੋਨੋਂ ਧਿਰਾਂ ਦਾ ਸਾਂਝਾ ਵਾਰ ਹੋਇਆ। ਅਮਾਨ ਖਾਨ ਜਿਹੜਾ ਸੀ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਹੋਇਆ, ਉਹਦੀ ਮੌਤ ਹੋ ਗਈ। ਇੱਧਰ ਬਾਬਾ ਦੀਪ ਸਿੰਘ ਜੀ ਦਾ ਧੜ ਜਿਹੜਾ ਸੀ ਉਹ ਅਲੱਗ ਹੋਇਆ। ਤੇ ਮੈਂ ਬੇਨਤੀ ਕਰਾਂ, ਕਿਸੇ ਪ੍ਰਚਾਰਕ ਨੇ ਇੱਕ ਵਾਰ ਗੱਲ ਕੀਤੀ ਸੀ ਜੀ, ਬਿਨਾਂ ਸਵਾਸਾਂ ਤੋਂ ਜਿਹੜਾ ਵਾ ਉਹ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਮੈਂ 2 ਉਦਾਹਰਨਾਂ ਦੇ ਕੇ ਤੇ ਸਮਾਪਤੀ ਕਰ ਦੇਣੀ ਆ। ਸਾਡਾ ਗੁਰੂ 'ਤੇ ਭਰੋਸਾ ਹੋਣਾ ਚਾਹੀਦਾ ਜੀ। ਉਹਨਾਂ ਦੇ ਮੈਂ ਇੱਕ ਲਾਈਵ ਡਿਬੇਟ ਦੇਖ ਰਿਹਾ ਸੀ, ਦੋਨਾਂ ਦੀ ਆਪਸੀ ਵਿਚਾਰ ਹੋ ਰਹੀ ਸੀ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਦੂਜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਪਰ ਭਾਵਨਾ ਨਹੀਂ ਸੀ। ਉਹਨਾਂ ਇੱਕ ਵਿਚਾਰ ਕੀਤੀ ਵੀ ਮਛਲੀ ਜਿਹੜੀ ਆ ਪਾਣੀ ਤੋਂ ਬਾਹਰ ਕਿਵੇਂ ਬੱਚੇ ਨੂੰ ਪੈਦਾ ਕਰ ਦੇਗੀ ਜੀ, ਉਹਦਾ ਜੀਵਨ ਹੀ ਪਾਣੀ ਆ। ਤੇ ਥੋੜ੍ਹੇ ਸਮੇਂ ਬਾਅਦ ਹੀ ਇੱਕ ਫੋਰਨ ਕੰਟਰੀ ਦੇ ਵਿੱਚੋਂ ਵੀਡੀਓ ਆਉਂਦੀ ਹੈ ਕਿ ਜਿਹੜੀ ਮਛਲੀ ਹੈ ਨਾ, ਉਹ ਪੱਤਿਆਂ ਉੱਤੇ ਆਂਡੇ ਦਿੰਦੀ ਹੈ ਤੇ ਉਹਨਾਂ ਪੱਤਿਆਂ ਦੇ ਉੱਤੇ ਹੀ ਉਹ ਬੱਚੇ ਪੈਦਾ ਹੁੰਦੇ ਨੇ, ਫਿਰ ਉਸ ਪਾਣੀ ਦੇ ਵਿੱਚ ਡਿੱਗਦੇ ਨੇ। ਹੁਣ ਇੱਥੇ ਸਾਡੇ ਮਨ ਵਿੱਚ ਖਿਆਲ ਆਉਂਦਾ ਜੀ, ਕਈ ਕਹਿੰਦੇ ਜੀ ਸਿਰ ਟੇਢਾ ਹੋ ਗਿਆ, ਸਾਹ ਅੱਗ ਨਹੀਂ ਸੀ ਵੱਢੀ ਗਈ ਤੇ ਬਾਬਾ ਜੀ ਨੇ ਜਿਹੜਾ ਉਹ ਸੀਸ ਨੂੰ ਸਹਾਰਾ ਦਿੱਤਾ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਖੋ, ਜੇ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੋਵੇ ਤੇ ਆ ਕੇ ਗੁਰੂ ਦੀ ਗੋਦ ਵਿੱਚ ਬੈਠ ਜਾਇਓ, ਸੁਖਮਨੀ ਸਾਹਿਬ ਪੜ੍ਹਨੀ ਆਰੰਭ ਕਰਿਓ। ਤੇ ਸਤਿਗੁਰੂ ਜੀ ਕਹਿੰਦੇ, ਫਿਰ ਮੈਂ ਤੁਹਾਨੂੰ ਦੱਸਦਾ ਕਿ ਜੋ ਉਹ ਪਰਮਾਤਮਾ ਚਾਹੇ ਤੇ ਇਸ ਧਰਤੀ ਦੇ ਉੱਤੇ ਬਿਨਾਂ ਸਵਾਸਾਂ ਨੂੰ ਵੀ ਆਪਣੇ ਜੀਵ ਨੂੰ ਰੱਖ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਪ੍ਰਭੂ ਚਾਹੇ ਤੇ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਦਿੰਦਾ। ਤੇ ਅੱਜ ਸਾਡੀ ਸਾਇੰਸ ਆ ਜੀ, ਜਿਹੜੀ ਸਾਇੰਸ ਪਹਿਲਾਂ ਮੰਨਦੀ ਨਹੀਂ ਸੀ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਗੁਰੂ ਨਾਨਕ ਸਾਹਿਬ ਜੀ ਪਹਿਲਾਂ ਕਹਿ ਗਏ। ਅੱਜ ਸਾਇੰਸ ਕਹਿੰਦੀ ਹੈ ਪਤਾਲਾਂ ਦੇ ਪਤਾਲ ਨੇ ਜੀ, ਵੱਖ-ਵੱਖ ਧਰਤੀਆਂ ਨੇ। ਜਿਹੜੀ ਸਾਇੰਸ ਇਹ ਮੰਨਦੀ ਸੀ ਨਹੀਂ, ਉਹ ਅੱਜ ਕਹਿੰਦੀ ਹੈ ਕਿ ਇਹਨੂੰ 3 ਦਿਨ ਹੋ ਗਏ ਮਰੇ ਨੂੰ, ਅੱਜ ਪਤਾ ਨਹੀਂ ਕਿੱਥੋਂ ਜਿੰਦਾ ਹੋ ਗਿਆ। ਅਸੀਂ ਆਮ ਕਹਾਵਤਾਂ ਜਿਹੜੀਆਂ ਪੜ੍ਹਦੇ ਹਾਂ, ਵੇਖਣ ਵਿੱਚ ਜਿਹੜਾ ਵਾ ਉਹ ਸੋਚਣ ਵਿੱਚ ਇਹ ਨਹੀਂ ਆਵੇਗਾ, ਪਰ ਜਦੋਂ ਗੁਰੂ 'ਤੇ ਭਰੋਸਾ ਕਰਾਂਗੇ ਤੇ ਗੁਰੂ ਕਹਿੰਦਾ ਹੈ ਕਿ ਇਸ ਧਰਤੀ ਦੇ ਉੱਤੇ ਉਹ ਪਰਮਾਤਮਾ ਜੋ ਮਰਜ਼ੀ ਚਾਹੇ ਤੇ ਉਹ ਕਰ ਸਕਦਾ। ਧਰਤੀ ਤੇ ਆਕਾਸ਼ ਹੈਗਾ ਜਿਹਦੇ ਬਚਨ, ਚਾਹੇ ਤੇ ਉਹ ਧਰਤੀ ਨੂੰ ਆਕਾਸ਼ ਤੇ ਆਕਾਸ਼ ਨੂੰ ਧਰਤੀ ਬਣਾ ਸਕਦਾ। ਤੇ ਚੜੇ ਆਕਾਸ਼ ਗਿਰਾਵੇ, ਧਰਤੀ ਤੋਂ ਆਕਾਸ਼ ਵਿੱਚ ਤੇ ਆਕਾਸ਼ ਤੋਂ ਧਰਤੀ ਤੇ ਉਹ ਲਿਆ ਸਕਦਾ। ਗੱਲ ਇਹ ਹੈ ਕਿ ਸਾਡੀ ਭਾਵਨਾ, ਜਦੋਂ ਸਾਡੀ ਭਾਵਨਾ ਵੱਜੇਗੀ। ਬਾਬਾ ਦੀਪ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ ਜੀ, 75 ਸਾਲਾਂ ਦੀ ਉਮਰ ਹੋ ਗਈ ਹੈ, 75 ਸਾਲਾਂ ਦੀ ਉਮਰ ਵਿੱਚ ਕੀ ਲੜ ਲਓਗੇ? ਤੇ ਉਹਨਾਂ ਨੇ ਫਿਰ ਸ਼ਬਦ ਪੜ੍ਹਿਆ ਸੀ, ਕਹਿੰਦੇ ਤੁਸੀਂ ਕਹਿੰਦੇ ਲੜਨਾ, ਜੇ ਗੁਰੂ ਥਾਪੀ ਦੇ ਦੇਵੇ, ਜੇ ਗੁਰੂ ਰਹਿਮਤ ਕਰ ਦੇਵੇ ਤੇ ਉਹ ਬਚਿੱਤਰ ਸਿੰਘ ਨੂੰ ਹਾਥੀ ਦੇ ਨਾਲ ਲੜਾ ਸਕਦਾ, ਇਹ ਤੇ ਹੈ ਹੀ ਕੁਝ ਨਹੀਂ। ਤੇ ਗੁਰੂ ਸਾਹਿਬ ਦਾ ਫਿਰ ਪਾਵਨ ਬਚਨ ਪੜ੍ਹ ਕੇ ਉਹਨਾਂ ਨੇ ਆਖਿਆ ਸੀ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਵਾਤ ਵੰਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ ਨੇ ਹੱਥੇ, 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਜਦੋਂ ਕੰਡ ਉੱਤੇ ਥਾਪੀ ਦੇ ਦਿੰਦਾ, ਸਭ ਤੋਂ ਵੱਡੇ 5 ਵਿਕਾਰ ਜੀ, ਜੰਗ ਮੈਦਾਨੇ ਵਿੱਚ ਲੜਨਾ ਤੇ ਕੁਛ ਵੀ ਨਹੀਂ, 5 ਵਿਕਾਰਾਂ ਨੂੰ ਕਾਬੂ ਕਰਨਾ ਧਰਤੀ ਦੇ ਉੱਤੇ ਸਭ ਤੋਂ ਵੱਡੀ ਹੈ। ਕਿਉਂਕਿ ਮਨੁੱਖ ਦੇ ਅੰਦਰੋਂ ਇਹ 5 ਵਿਕਾਰ ਇਹ ਮਨੁੱਖ ਨੂੰ ਹਮੇਸ਼ਾ ਸਤਾਉਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਨੁੱਖ ਜਿੰਨੇ ਮਰਜ਼ੀ ਸਿਲੇ ਕੱਟ ਲਵੇ ਜੀ, ਇਹ ਵਿਕਾਰ ਨਹੀਂ। ਸਮਾਂ ਫਿਰ ਬਣੇਗਾ ਤੇ ਅਸੀਂ ਵਿਚਾਰ ਕਰਾਂਗੇ ਇਹਨਾਂ ਉੱਤੇ। ਵਿਕਾਰ ਕਦੇ ਨਹੀਂ ਮਰਦੇ ਤੇ ਨਾ ਹੀ ਵਿਕਾਰਾਂ ਨੂੰ ਮਾਰਿਆ ਜਾ ਸਕਦਾ, ਇਹਨਾਂ ਨੂੰ ਸੰਜਮ ਵਿੱਚ ਵਰਤਿਆ ਜਾਂਦਾ। ਤੇ ਬਾਬਾ ਦੀਪ ਸਿੰਘ ਜੀ ਕਹਿੰਦੇ, ਜੇ ਗੁਰੂ ਮੋਢੇ ਉੱਤੇ ਕੰਧ ਉੱਤੇ ਥਾਪੀ ਦੇ ਦੇਵੇ ਤੇ ਫਿਰ ਪ੍ਰਵਾਹ ਕਾਦੀ। ਤੇ ਵਾਕਈ ਉਹਨਾਂ ਨੇ 18 ਸੇਰ ਦਾ ਖੰਡਾ ਜਿਹੜਾ ਸੀ ਉਹ ਹੱਥ ਵਿੱਚ ਪਕੜ ਕੇ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵਾਹ ਕੇ ਇਹ ਅਨੋਖੀ ਸ਼ਹਾਦਤ ਦੇ ਕੇ ਇਹ ਸਾਹਮਣੇ ਪੇਸ਼ ਕਰ ਦਿੱਤਾ ਸੀ ਕਿ ਗੁਰੂ ਕੇ ਪਿਆਰ ਵਾਲਿਓ, ਜੇ ਗੁਰੂ ਕਿਰਪਾ ਕਰੇ ਉਹ 62 ਸਾਲ ਦੇ ਬੁੱਢੇ ਨੂੰ ਗੁਰਤਾ ਗੱਦੀ 'ਤੇ ਬਿਠਾ ਸਕਦਾ, ਗੁਰੂ ਕਿਰਪਾ ਕਰੇ ਤੇ ਉਹ 5 ਸਾਲ ਦੇ ਬੱਚੇ ਨੂੰ ਵੀ ਰਹਿਮਤ ਕਰਕੇ ਗੁਰੂ ਪਦਵੀ ਦੇ ਸਕਦਾ।
ਜੇ ਗੁਰੂ ਸਮਰੱਥ ਸਿਰ ਉੱਤੇ ਹੱਥ ਰੱਖ ਦੇਵੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹਾਂ, ਕਿਉਂਕਿ ਮੇਰੇ ਪਾਤਸ਼ਾਹ ਜੀ ਦੇ ਸਿੱਖ ਦਾ ਇਤਿਹਾਸ ਬੜਾ ਲੰਬਾ ਅਤੇ ਸਮਾਂ ਉਸ ਤਰ੍ਹਾਂ ਦਾ ਚੱਲ ਰਿਹਾ। ਫਿਰ ਸਤਿਗੁਰੂ ਜੀ ਕਿਰਪਾ ਕਰਨ ਅਤੇ ਅਸੀਂ ਜਿਹੜਾ ਵਾ ਇਸੇ ਤਰ੍ਹਾਂ ਰੋਜ਼ਾਨਾ ਜਿਹੜਾ ਵਾ ਉਹ ਇਤਿਹਾਸ ਸਰਵਣ ਕਰਨਾ ਹੈ। ਕੱਲ੍ਹ ਨੂੰ ਭਾਈ ਲਖਬੀਰ ਸਿੰਘ ਜੀ ਆ ਰਹੇ ਨੇ ਕਥਾ ਕਰਨ ਵਾਸਤੇ, ਉਹਨਾਂ ਵੀ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਹੈ। ਅਸੀਂ ਵੀ ਆਪਣੇ ਭਾਂਡੇ ਨੂੰ ਧੋਈਏ। ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਹੱਥ ਵਿੱਚ ਕੌਲਾ ਪਕੜ ਕੇ ਆਖਿਆ ਸੀ, ਇਹਦੇ ਵਿੱਚੋਂ ਅਜੇ ਮੇਰੀ ਫੋਟੋ ਦਿਖਦੀ ਹੈ, ਮੈਂ ਕਰ ਰਿਹਾ ਜੋ ਕਰ ਰਿਹਾ, ਮੈਂ ਸੇਵਾ ਕਰ ਰਿਹਾ, ਮੈਂ ਬਾਣੀ ਪੜ੍ਹ ਰਿਹਾ। ਜਿਸ ਦਿਨ ਤੂੰ ਭਾਵ ਉਹ ਰੱਬ ਨਜ਼ਰ ਆਉਣ ਲੱਗ ਪਿਆ, ਗੁਰੂ ਨਜ਼ਰ ਆਉਣ ਲੱਗ ਪਿਆ, ਉਸ ਦਿਨ ਤੇਰਾ ਜੀਵਨ ਸਫਲ ਹੋ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਕਰਨ। ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਬੜੇ ਪਿਆਰ ਸਹਿਤ ਤੁਸੀਂ ਬੈਠ ਕੇ ਇਤਿਹਾਸ ਨੂੰ ਸਰਵਣ ਕੀਤਾ। ਸਤਿਕਾਰਯੋਗ ਸਾਡੇ ਕਲਸੀ ਪਰਿਵਾਰ ਵੱਲੋਂ ਸਰਦਾਰ ਰਜਿੰਦਰਪਾਲ ਸਿੰਘ ਜੀ, ਮੈਨੂੰ ਨਾਮ ਪੂਰਾ ਸ਼ਾਇਦ ਹਰਜਿੰਦਰਪਾਲ ਸਿੰਘ ਜੀ, ਹਾਂਜੀ, ਬੜਾ ਪਿਆਰ ਮਿਲਦਾ ਜੀ। ਹਰ ਸਾਲ ਇਹ ਸੇਵਾ ਲੈਂਦੇ ਨੇ। ਸਤਿਗੁਰੂ ਕਿਰਪਾ ਕਰਨ। ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਤਕਰੀਬਨ 9-10 ਦਿਨ ਲਗਾਤਾਰ ਲੜੀਵਾਰ ਸਮਾਗਮ ਕਰਵਾਉਂਦੇ ਨੇ। ਸਤਿਗੁਰੂ ਜੀ ਇਸ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਸਮੱਤ ਦਾ ਦਾਨ ਬਖਸ਼ਣ ਜੀ। ਸਮੂਹ ਪ੍ਰਬੰਧਕ ਜਨਾਂ ਦਾ ਮੇਰੇ ਸਤਿਕਾਰਯੋਗ ਵੀਰ ਜੀ ਸਰਦਾਰ ਗੁਰਦਿਆਲ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ ਬੜਾ ਪਿਆਰ ਕਰਦੇ ਨੇ ਜੀ। ਸਿੱਖ ਮਿਸ਼ਨ ਗੁਜਰਾਤ ਦੇ ਰਾਹੀਂ ਅਸੀਂ ਪ੍ਰਚਾਰ ਕਰਦੇ ਹਾਂ ਅਤੇ ਜਦੋਂ ਵੀ ਮੌਕਾ ਬਣਦਾ ਤੇ ਉਹ ਆਵਾਜ਼ ਦਿੰਦੇ ਨੇ, ਅਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਹਜ਼ੂਰੀ ਕੀਰਤਨੀਏ, ਸਮੁੱਚਾ ਹੀ ਪ੍ਰਬੰਧ ਬੜਾ ਸੋਹਣਾ ਜੀ। ਗੁਰੂ ਸਾਹਿਬ ਇਸੇ ਤਰ੍ਹਾਂ ਸਾਡਾ ਪਿਆਰ ਬਣਿਆ ਰਹੇ ਅਤੇ ਅਸੀਂ ਬੈਠ ਕੇ ਜਿਹੜਾ ਵਾ ਉਹ ਇਸੇ ਤਰ੍ਹਾਂ ਸਤ ਸੰਗਤ ਰੂਪ ਵਿੱਚ ਵਿਚਾਰਾਂ ਸਰਵਣ ਕਰਦੇ ਰਹੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਰੀ ਸੰਗਤ ਅਖੀਰ ਉੱਤੇ ਗੁਰਫਤਿਹ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।